खबर अफगानिस्तान से आ रही है। तालिबान के लड़ाके राजधानी काबुल के The Taliban have advanced to the gates of the Afghan capital. Across Afghanistan is unprecedented. ਸਤਿ ਸ਼੍ਰੀ ਅਕਾਲ ਦੋਸਤੋ, ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਅਫਗਾਨਿਸਤਾਨ ਦੇ ਮੌਜੂਦਾ ਹਾਲਾਤਾਂ ਬਾਰੇ। ਉੱਥੇ ਤਾਲਿਬਾਨ ਦਾ ਕਬਜ਼ਾ ਕਾਇਮ ਹੋ ਚੁੱਕਿਆ ਹੈ ਅਤੇ ਉੱਥੋਂ ਦੇ ਰਾਸ਼ਟਰਪਤੀ ਅਸ਼ਰਫ ਗਨੀ ਮੁਲਕ ਛੱਡ ਕੇ ਅਮਰੀਕਾ ਜਾ ਚੁੱਕੇ ਨੇ। ਦਿਨ ਬ ਦਿਨ ਤੁਸੀਂ ਸਾਰੇ ਬੇਹੱਦ ਹੀ ਦਰਦਨਾਕ ਅਤੇ ਖੌਫਨਾਕ ਵੀਡੀਓਆਂ ਵੇਖੀਆਂ ਹੋਣਗੀਆਂ। ਇਸ ਲਈ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਅਫਗਾਨਿਸਤਾਨ ਦਾ ਇਤਿਹਾਸ ਸਾਡੀਆਂ 2 ਵੀਡੀਓਆਂ 'ਚ। ਇਸ ਪਹਿਲੇ ਪਾਰਟ 'ਚ ਜਾਣਾਂਗੇ ਕਿ ਕਿਹੜੇ ਕਾਰਨਾਂ ਨਾਲ ਅਫਗਾਨਿਸਤਾਨ 'ਚ ਤਾਲਿਬਾਨ ਦੀ ਨੀਂਹ ਰੱਖੀ ਗਈ ਅਤੇ ਬ੍ਰਿਟਿਸ਼ ਰੂਲ ਅਤੇ ਰਸ਼ੀਆ ਦੀ ਸਰਕਾਰ ਦਾ ਤਾਲਿਬਾਨ ਨੂੰ ਲੈ ਕੇ ਕੀ ਰੌਲਾ ਸੀ ਅਤੇ ਅਫਗਾਨਿਸਤਾਨ 'ਚ ਕਿੱਦਾਂ ਇੱਕ ਤੋਂ ਬਾਅਦ ਇੱਕ ਤਖਤਾ ਪਲਟ ਹੋਏ। ਸ਼ੁਰੂਆਤ ਹੁੰਦੀ ਹੈ 19ਵੀਂ ਸਦੀ ਤੋਂ, ਜਦੋਂ ਨਾਰਥ ਵਿੱਚ ਰਸ਼ੀਆ ਸੀ ਅਤੇ ਸਾਊਥ ਸੀ ਬ੍ਰਿਟਿਸ਼ ਰੂਲ ਯਾਨੀ ਇੰਡੀਆ। ਇਹ ਦੋਵੇਂ ਦੇਸ਼ ਅਫਗਾਨਿਸਤਾਨ 'ਤੇ ਆਪਦਾ ਕਬਜ਼ਾ ਜਮਾਉਣਾ ਚਾਹੁੰਦੇ ਸੀ। ਇਹਨਾਂ ਹਾਲਾਤਾਂ ਨੇ ਹੀ ਜਨਮ ਦਿੱਤਾ ਪਹਿਲੀ ਅਫਗਾਨ ਐਂਗਲੋ ਵਾਰ ਨੂੰ। ਇਸ ਵਾਰ ਤੋਂ ਪਹਿਲਾਂ ਅਫਗਾਨਿਸਤਾਨ ਦਾ ਰਾਜਾ ਸੀ ਅਮੀਰ ਦੋਸਤ ਮੁਹੰਮਦ। ਅੰਗਰੇਜ਼ਾਂ ਨੇ ਉਸ ਦੇ ਖਿਲਾਫ ਜੰਗ ਛੇੜੀ ਅਤੇ ਉਸ ਨੂੰ ਹਰਾ ਕੇ ਆਪਦੀ ਕਠਪੁਤਲੀ ਸ਼ਾਹ ਸ਼ੂਜਾ ਦੁਰਾਨੀ ਨੂੰ ਰਾਜਗੱਦੀ 'ਤੇ ਬਿਠਾਤਾ। ਦਰਅਸਲ ਅਫਗਾਨਿਸਤਾਨ ਹਮੇਸ਼ਾ ਤੋਂ ਹੀ ਕਬੀਲਿਆਂ ਦਾ ਦੇਸ਼ ਸੀ। ਕਬੀਲੇ ਪਿੰਡਾਂ 'ਚ ਵੱਸਦੇ ਸੀ ਅਤੇ ਹਰ ਪਿੰਡ ਦਾ ਇੱਕ ਸਰਦਾਰ ਹੁੰਦਾ ਸੀ। ਇਹ ਸਰਦਾਰ ਅਫਗਾਨਿਸਤਾਨ ਦੇ ਪੂਰਵ ਰਾਜਾ ਅਮੀਰ ਦੋਸਤ ਮੁਹੰਮਦ ਨੂੰ ਹੈਲਪ ਕਰਦੇ ਸੀ, ਜਿਸ ਦੇ ਬਦਲੇ ਉਹ ਇਹਨਾਂ ਨੂੰ ਸੋਨੇ ਚਾਂਦੀ ਦੀਆਂ ਮੋਹਰਾਂ ਹੋਰ ਸੁੱਖ ਸੁਵਿਧਾਵਾਂ ਦਿੰਦਾ ਸੀ। ਲੇਕਿਨ ਅੰਗਰੇਜ਼ਾਂ ਦੁਆਰਾ ਬਿਠਾਏ ਗਏ ਨਵੇਂ ਰਾਜੇ ਦੇ ਅੰਦਰ ਇਹ ਸਭ ਖਰਚਾ ਪਾਣੀ ਬੰਦ ਹੋ ਚੁੱਕਿਆ ਸੀ। ਹੁਣ ਇਸੇ ਗੱਲ ਤੋਂ ਨਾਰਾਜ਼ ਹੋ ਕੇ 1842 'ਚ ਕਬੀਲੇ ਦੇ ਸਾਰੇ ਸਰਦਾਰਾਂ ਨੇ ਇੱਕ ਮੁਖੀਆ ਚੁਣਿਆ ਅਕਬਰ ਖਾਨ, ਜਿਸ ਦੀ ਅਗਵਾਈ 'ਚ ਗੋਰਿਆਂ ਦੇ ਖਿਲਾਫ ਜੰਗ ਛੇੜੀ ਗਈ ਅਤੇ ਉਹਨਾਂ ਦੇ ਰਾਜੇ ਨੂੰ ਹਰਾ ਕੇ ਮੁੜ ਅਮੀਰ ਦੋਸਤ ਮੁਹੰਮਦ ਨੂੰ ਰਾਜਗੱਦੀ 'ਤੇ ਬਿਠਾਇਆ ਗਿਆ ਅਤੇ ਪਹਿਲੀ ਐਂਗਲੋ ਅਫਗਾਨ ਵਾਰ ਨੂੰ ਜਿੱਤਿਆ। ਕੁਝ ਸਾਲ ਅਫਗਾਨਿਸਤਾਨ 'ਚ ਸ਼ਾਂਤੀ ਰਹੀ, ਲੇਕਿਨ ਮੁੜ ਟਾਈਮ ਆਉਂਦਾ ਹੈ ਦੂਜੀ ਐਂਗਲੋ ਅਫਗਾਨ ਵਾਰ ਦਾ। ਇਹ ਸਮਾਂ ਸੀ ਸੰਨ 1878 ਤੋਂ 1880 ਦਾ, ਪਰ ਇਸ ਵਾਰ 'ਚ ਅੰਗਰੇਜ਼ ਜਿੱਤ ਗਏ। ਬ੍ਰਿਟਿਸ਼ਰਸ ਸਿੱਧੇ ਰੂਲ ਨਹੀਂ ਕਰਨਾ ਚਾਹੁੰਦੇ ਸੀ। ਇਸ ਵਾਰ ਉਹਨਾਂ ਨੇ ਆਪਦੀ ਨਵੀਂ ਕਠਪੁਤਲੀ ਅਬਦੁਰ ਰਹਿਮਾਨ ਖਾਨ ਨੂੰ ਰਾਜ ਦੀ ਜ਼ਿੰਮੇਵਾਰੀ ਦਿੱਤੀ। ਹੁਣ ਬ੍ਰਿਟਿਸ਼ ਰੂਲ ਰਸ਼ੀਆ ਤੋਂ ਅੱਗੇ ਲੰਘ ਚੁੱਕਿਆ ਸੀ। 1907 ਤੱਕ ਆਉਂਦੇ ਰਸ਼ੀਆ ਨੇ ਇਹ ਮੰਨ ਲਿਆ ਸੀ ਕਿ ਅਫਗਾਨਿਸਤਾਨ ਦੇ ਉੱਤੇ ਬ੍ਰਿਟੇਨ ਦੀ ਸਰਕਾਰ ਦਾ ਹੱਕ ਹੈ ਅਤੇ ਉਹਨਾਂ ਦਾ ਹੀ ਅਸਲੀ ਰਾਜ ਹੈ ਅਤੇ ਹੁਣ ਉਹ ਕੋਈ ਵੀ ਛੇੜਖਾਨੀ ਨਹੀਂ ਕਰਨਗੇ। ਠੀਕ 12 ਸਾਲਾਂ ਬਾਅਦ ਸਮਾਂ ਆਉਂਦਾ ਹੈ 1919 ਦਾ ਅਤੇ ਤੀਜੀ ਅਫਗਾਨ ਐਂਗਲੋ ਵਾਰ ਦਾ ਵੀ। ਇਹ ਲੜਾਈ ਅਫਗਾਨ ਦੀ ਆਜ਼ਾਦੀ ਲਈ ਲੜੀ ਸੀ ਅਤੇ ਜੰਗ ਅਫਗਾਨਾਂ ਨੇ ਜਿੱਤੀ ਵੀ ਅਤੇ ਅਫਗਾਨਿਸਤਾਨ ਆਜ਼ਾਦ ਵੀ ਹੋਇਆ। ਆਜ਼ਾਦ ਅਫਗਾਨਿਸਤਾਨ ਦਾ ਰਾਜਾ ਸੀ ਅਮਨੁੱਲਾ ਖਾਨ। ਇੱਕ ਮਿੰਟ ਦੋਸਤੋ, ਕਿਤੇ ਤੁਸੀਂ ਇਹ ਤਾਂ ਨਹੀਂ ਸੋਚ ਰਹੇ ਕਿ ਇਹਨਾਂ ਸਾਰੀਆਂ ਗੱਲਾਂ ਦਾ ਮੌਜੂਦਾ ਦੇ ਹਾਲਾਤਾਂ ਨਾਲ ਕੀ ਰਿਲੇਸ਼ਨ ਹੈ? ਰਿਲੇਸ਼ਨ ਆ ਦੋਸਤੋ, ਚਾਹੇ ਉਹ ਬ੍ਰਿਟੇਨ ਦੀ ਸਰਕਾਰ ਹੋਵੇ, ਅਮਰੀਕਾ ਹੋਵੇ ਜਾਂ ਰਸ਼ੀਆ, ਇਹਨਾਂ ਦੇ ਅਫਗਾਨਿਸਤਾਨ ਦੇ ਹਮਲਾ ਕਰਨ ਦੇ ਕਾਰਨ ਸੇਮ ਹੀ ਸੀ। ਉਂਝ ਭਾਵੇਂ ਇਹ ਲੱਖ ਕਹਿੰਦੇ ਰਹਿਣ ਹੋਣ ਕਿ ਇੱਥੋਂ ਦੇ ਲੋਕ ਜੰਗਲੀ ਨੇ, ਅਸੀਂ ਇਹਨਾਂ ਨੂੰ ਚੰਗੀਆਂ ਆਦਤਾਂ ਮੈਨਰਸ ਸਿਖਾਵਾਂਗੇ ਵਗੈਰਾ ਵਗੈਰਾ, ਪਰ ਇਹ ਸਭ ਦੇ ਪਿੱਛੇ ਇਹਨਾਂ ਦੇ ਆਪਦੇ ਨਿੱਜੀ ਲਾਲਚੀ ਸਵਾਰਥ ਸੀ। ਆਜ਼ਾਦ ਅਫਗਾਨਿਸਤਾਨ ਦਾ ਨਵਾਂ ਰਾਜਾ ਅਮਨੁੱਲਾ ਖਾਨ ਇੱਕ ਖੁੱਲ੍ਹੇ ਦਿਮਾਗ ਦਾ ਸ਼ਾਸਕ ਸੀ। ਉਹਨੇ ਪੂਰੇ ਅਫਗਾਨਿਸਤਾਨ ਨੂੰ ਇਕਜੁੱਟ ਕਰਕੇ ਕਿੰਗਡਮ ਆਫ ਅਫਗਾਨਿਸਤਾਨ ਦੀ ਸਥਾਪਨਾ ਕੀਤੀ ਸੀ ਅਤੇ ਅਫਗਾਨਿਸਤਾਨ ਦਾ ਇੱਕ ਬੜਾ ਪੁਰਾਣਾ ਰਿਵਾਜ ਤੋੜਿਆ ਸੀ। ਇਹ ਰੂੜੀਵਾਦੀ ਰਿਵਾਜ ਸੀ ਕਈ ਸਾਰੀਆਂ ਔਰਤਾਂ ਨਾਲ ਸ਼ਾਦੀ ਰਚਾਉਣ ਦਾ। ਅਮਨੁੱਲਾ ਖਾਨ ਨੇ ਸਿਰਫ ਇੱਕ ਔਰਤ ਨਹੀਂ ਸ਼ਾਦੀ ਰਚਾਈ ਸੀ ਸਾਰੀ ਉਮਰ। ਰਾਜਾ ਦੀ ਰਾਣੀ ਦਾ ਨਾਂ ਸੀ ਰਾਣੀ ਸੁਰਾਇਆ ਤਾਰਜੀਲ। ਰਾਜਾ ਰਾਣੀ ਨੇ ਮਿਲ ਕੇ ਕਾਫੀ ਬਦਲਾਵ ਕੀਤੇ, ਜਿਵੇਂ ਇੱਕ ਵਿਆਹ ਨੂੰ ਤਵੱਜੋ ਦੇਣਾ, ਕੁੜੀਆਂ ਦੀ ਪੜ੍ਹਾਈ ਅਤੇ ਨਵੇਂ ਸਕੂਲ ਬਣਾਉਣਾ, ਔਰਤਾਂ ਲਈ ਬਰਾਬਰ ਹੱਕ, ਔਰਤਾਂ ਨੂੰ ਮਰਦਾਂ ਵਾਂਗ ਤਲਾਕ ਦਾ ਹੱਕ ਅਤੇ ਦੂਜੇ ਧਰਮਾਂ ਨੂੰ ਸਨਮਾਨ ਅਤੇ ਨਿਆਂ ਦਿਵਾਉਣਾ। ਔਰਤਾਂ ਲਈ ਜੋ ਸਟ੍ਰਿਕਟ ਰੂਲ ਸੀ ਉਹਨਾਂ ਨੂੰ ਹਟਾਇਆ ਗਿਆ। ਇੱਥੋਂ ਤੱਕ ਕਿ ਇੱਕ ਭਾਸ਼ਣ ਦੇ ਦੌਰਾਨ ਰਾਣੀ ਨੇ ਆਪਦਾ ਹਿਜਾਬ ਲਾ ਕਰ ਇਹ ਤੱਕ ਕਹਿਤਾ ਕਿ ਔਰਤਾਂ ਕੁੜੀਆਂ ਨੂੰ ਇਹ ਸਭ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਲੇਕਿਨ ਜਦੋਂ ਵੀ ਰੂੜੀਵਾਦੀ ਰਿਵਾਜ਼ਾਂ ਨੂੰ ਤੋੜਿਆ ਗਿਆ ਹੈ ਅਤੇ ਕੱਟੜ ਧਾਰਮਿਕਾਂ
ਨੂੰ ਇਹ ਸਭ ਪਸੰਦ ਨਹੀਂ ਆਇਆ। ਇਤਿਹਾਸ ਇਸ ਚੀਜ਼ ਦਾ ਗਵਾਹ ਹੈ। 1923 ਤੇ 24 ਤੋਂ ਪੂਰੇ ਦੇਸ਼ ਵਿੱਚ ਇੱਕ ਲਹਿਰ ਜੀ ਫੈਲ ਗਈ ਕਿ ਇਸਲਾਮ ਖਤਰੇ ਵਿੱਚ ਹੈ ਤੇ ਅਗਲੇ 4-5 ਸਾਲਾਂ 'ਚ ਯਾਨੀ 1928 ਤੇ 29 'ਚ ਘਰੇਲੂ ਜੰਗ ਯਾਨੀ ਸਿਵਲ ਵਾਰ ਛੇੜਤੀ ਗਈ। ਅਫਗਾਨਿਸਤਾਨ ਦੇ ਰਾਜਾ ਰਾਣੀ ਨੂੰ ਦੇਸ਼ ਛੱਡ ਕੇ ਇੰਡੀਆ ਭੱਜਣਾ ਪਿਆ, ਜਿੱਥੇ ਆ ਕੇ ਉਹਨਾਂ ਨੂੰ ਇੱਕ ਲੜਕੀ ਪੈਦਾ ਹੋਈ ਜਿਸ ਦਾ ਨਾਮ ਉਹਨਾਂ ਨੇ ਇੰਡੀਆ ਰੱਖਿਆ। ਪ੍ਰਿੰਸੈਸ ਇੰਡੀਆ ਅੱਜ ਵੀ ਜਿੰਦਾ ਨੇ। 1932 'ਚ ਨਵਾਂ ਅਫਗਾਨ ਰਾਜਾ ਆਇਆ ਨਾਦਿਰ ਸ਼ਾਹ। ਫਿਰ ਠੀਕ 1 ਸਾਲ ਬਾਅਦ 1933 'ਚ ਨਾਦਿਰ ਸ਼ਾਹ ਦੇ ਮੁੰਡੇ ਜ਼ਾਹਿਰ ਸ਼ਾਹ ਨੂੰ ਕਮਾਨ ਦਿੱਤੀ ਗਈ। ਦੂਸਰੀ ਤਰਫ ਜ਼ਾਹਿਰ ਸ਼ਾਹ ਦੇ ਚਾਚੇ ਦਾ ਮੁੰਡਾ ਦਾਊਦ ਖਾਨ ਉਸ ਤੋਂ ਖਾਰ ਖਾਂਦਾ ਸੀ, ਜਿਸ ਤੋਂ ਤੰਗ ਆ ਕੇ ਰਾਜੇ ਨੇ 1963 'ਚ ਆਪਦੇ ਪ੍ਰਾਈਮ ਮਿਨਿਸਟਰ ਦੇ ਪਦ ਦੇ ਤੌਰ ਤੇ ਕਾਬਿਜ਼ ਦਾਊਦ ਖਾਨ ਨੂੰ ਬਰਖਾਸਤ ਕਰਤਾ। 1964 ਵਿੱਚ ਅਫਗਾਨਿਸਤਾਨ 'ਚ ਕੌਂਸਟੀਟਿਊਸ਼ਨ ਡੈਮੋਕ੍ਰੇਸੀ ਲਿਆਉਣ ਦੀਆਂ ਗੱਲਾਂ ਛਿੜ ਗਈਆਂ ਸਨ। 1965 'ਚ ਇਲੈਕਸ਼ਨ ਵੀ ਹੋਏ, ਜਿਸ ਵਿੱਚ ਪਹਿਲੀ ਵਾਰ ਔਰਤਾਂ ਨੂੰ ਵੋਟ ਕਰਨ ਦਾ ਤੇ ਇਲੈਕਸ਼ਨਾਂ 'ਚ ਖੜਾਉਣ ਦਾ ਹੱਕ ਮਿਲਿਆ। ਇਸ ਸਮੇਂ ਅਫਗਾਨ 'ਚ 2 ਤਰੀਕੇ ਦੀਆਂ ਮਾਨਸਿਕਤਾਵਾਂ ਚੱਲਣ ਲੱਗੀਆਂ ਸੀ। ਪਹਿਲੀ ਮਾਨਸਿਕਤਾ ਸੀ ਕਮਿਊਨਿਸਟ ਆਈਡੀਓਲੋਜੀ ਤੇ ਦੂਜੀ ਕੱਟਰ ਇਸਲਾਮਿਸਟ ਦੀ। 1973 'ਚ ਜ਼ਾਹਿਰ ਸ਼ਾਹ ਵਿਦੇਸ਼ ਘੁੰਮਣ ਜਾਂਦਾ ਹੈ ਤੇ ਇਸੇ ਦੌਰਾਨ ਉੱਥੋਂ ਖਾਰ ਖਾਨ ਵਾਲਾ ਉਸਦਾ ਚਾਚੇ ਦਾ ਮੁੰਡਾ ਦਾਊਦ ਖਾਨ ਕਮਿਊਨਿਸਟਾਂ ਅਤੇ ਲੈਫਟਿਸਟ ਦੀ ਮਦਦ ਨਾਲ ਤਖਤਾ ਪਲਟ ਕਰ ਦਿੰਦਾ ਹੈ। ਲੇਕਿਨ ਦਾਊਦ ਖਾਨ ਨੇ ਅਫਗਾਨ ਨੂੰ ਇੱਕ ਰਿਪਬਲਿਕ ਦੇਸ਼ ਬਣਾ ਕੇ ਖੁਦ ਪ੍ਰੈਸੀਡੈਂਟ ਬਣ ਗਿਆ। ਲੇਕਿਨ ਰਿਪਬਲਿਕ ਦੇਸ਼ ਹੋਣ ਤੋਂ ਬਾਵਜੂਦ ਉਹਨੇ ਉੱਥੇ ਆਪਦੀ ਡਿਕਟੇਟਰਸ਼ਿਪ ਕਾਇਮ ਰੱਖੀ। ਤੁਹਾਨੂੰ ਇਹ ਸੋਚ ਕੇ ਹੈਰਾਨੀ ਹੋਵੇਗੀ ਕਿ ਦਾਊਦ ਖਾਨ ਨੇ ਡਿਕਟੇਟਰਸ਼ਿਪ ਹੋਣ ਦੇ ਕਾਰਨ ਵੀ ਕਈ ਕੰਮ ਕੀਤੇ, ਜਿੱਦਾਂ ਕਿ ਬੈਂਕਾਂ ਦਾ ਰਾਸ਼ਟਰੀਕਰਨ। 1960-70 ਦੇ ਦਸ਼ਕ 'ਚ ਅਫਗਾਨਿਸਤਾਨ 'ਚ ਕਾਫੀ ਸ਼ਾਂਤੀ ਕਾਇਮ ਹੋ ਗਈ ਸੀ ਤੇ ਉਹ ਇੱਕ ਟੂਰਿਸਟ ਅਟਰੈਕਸ਼ਨ ਵੀ ਬਣ ਗਿਆ ਸੀ। ਉਸ ਸਮੇਂ ਅਫਗਾਨਿਸਤਾਨ ਕੁਝ ਇੱਦਾਂ ਕਦਾ ਦਿਖਦਾ ਸੀ। ਲੇਕਿਨ ਇਹ ਸ਼ਾਂਤੀ ਬਹੁਤਾ ਦੇਰ ਨਾ ਚੱਲੀ। ਅਮਰੀਕਾ ਅਤੇ ਸੋਵੀਅਤ ਯੂਨੀਅਨ ਦੀ ਕੋਲਡ ਵਾਰ ਕਰਕੇ ਕੁਛ ਦੇਸ਼ US ਵੱਲ ਸੀ, ਬਲਕਿ ਕੁਛ USSR ਯਾਨੀ ਸੋਵੀਅਤ ਯੂਨੀਅਨ ਵੱਲ। ਲੇਕਿਨ ਕੁਛ ਦੇਸ਼ ਸੀ ਨੌਨ ਅਲਾਈਨਡ, ਜਿਸ ਦਾ ਮਤਲਬ ਹੈ ਨਾ US ਵੱਲ ਨਾ ਸੋਵੀਅਤ ਵੱਲ, ਜੋ ਕਿ ਨਹਿਰੂ ਦੁਆਰਾ ਚਾਲੂ ਕੀਤੀ ਗਈ ਸੀ ਤੇ ਅਫਗਾਨਿਸਤਾਨ ਵੀ ਨੌਨ ਅਲਾਈਨਡ ਦੇਸ਼ ਹੀ ਸੀ। ਹੁਣ ਫਿਰ ਪਿੱਛੇ ਮੁੜ ਚੱਲਦੇ ਹਾਂ ਇਤਿਹਾਸ 'ਚ, ਜਦੋਂ ਦਾਊਦ ਨੇ ਸੋਵੀਅਤ ਯੂਨੀਅਨ ਦੀ ਮਦਦ ਨਾਲ ਤਖਤਾ ਪਲਟ ਕੀਤਾ ਸੀ, ਪਰ ਉਹਨੂੰ ਹੁਣ ਲੱਗਣ ਲੱਗ ਗਿਆ ਸੀ ਕਿ ਉਹ ਸਿਰਫ ਸੋਵੀਅਤ ਯੂਨੀਅਨ 'ਤੇ ਡਿਪੈਂਡ ਨਹੀਂ ਰਹਿ ਸਕਦਾ। ਇਸ ਲਈ ਅਫਗਾਨਿਸਤਾਨ ਨੇ ਇੰਡੀਆ ਅਤੇ ਅਮਰੀਕਾ ਸਹਿਤ ਦੂਸਰੇ ਮੁਲਕਾਂ ਨਾਲ ਦੋਸਤੀ ਦੇ ਹੱਥ ਵਧਾਏ, ਪਰ ਇਹ ਗੱਲ ਸੋਵੀਅਤ ਯੂਨੀਅਨ ਸਰਕਾਰ ਨੂੰ ਪਸੰਦ ਨਹੀਂ ਆਈ। ਦੂਸਰੀ ਤਰਫ ਦਾਊਦ ਦੀ ਕਮਿਊਨਿਸਟ ਪਾਰਟੀ 2 ਹਿੱਸੇ ਖਾਲਕ ਅਤੇ ਪਰਚਮ 'ਚ ਡਿਵਾਈਡ ਹੋ ਚੁੱਕੀ ਸੀ। 1977 'ਚ ਦਾਊਦ ਨੇ ਆਪਦੀ ਨਵੀਂ ਪਾਰਟੀ ਬਣਾਈ, ਨੈਸ਼ਨਲ ਰਿਵੋਲੂਸ਼ਨਰੀ ਪਾਰਟੀ, ਜਿਸ ਦੇ 3 ਮੁੱਖ ਬਿੰਦੂ ਸਨ: ਇਸਲਾਮ, ਰਾਸ਼ਟਰਵਾਦ ਅਤੇ ਸਮਾਜਵਾਦ। ਸੱਤਾ ਦੇ ਲਾਲਚ 'ਚ ਦਾਊਦ ਖਾਨ ਅੰਨਾ ਹੋ ਗਿਆ ਸੀ ਤੇ ਉਹਨੇ ਅਫਗਾਨਿਸਤਾਨ 'ਚ ਖੂਨ ਖਰਾਬਾ ਮਚਾਤਾ ਅਤੇ ਆਪਦੀ ਵਿਰੋਧੀ ਪਾਰਟੀ ਕਮਿਊਨਿਸਟਸ ਦੇ ਲੀਡਰਾਂ ਨੂੰ ਮਰਵਾਉਣਾ ਚਾਲੂ ਕਰਤਾ ਤੇ ਉੱਥੋਂ ਦੀ ਸ਼ਾਂਤੀ ਭੰਗ ਕਰਨ 'ਚ ਆਪਦਾ ਹੱਥ ਦਿੱਤਾ। ਇਸ ਤੋਂ ਬਾਅਦ ਹਮਲੇ ਦੋਵੇਂ ਪਾਸਿਓਂ ਸ਼ੁਰੂ ਹੋ ਜਾਂਦੇ ਨੇ ਤੇ ਦਾਊਦ ਖਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਉਹਦੇ ਪਰਿਵਾਰ ਸਣੇ। ਹੁਣ ਅਫਗਾਨਿਸਤਾਨ 'ਚ ਮੁਹੰਮਦ ਤਾਰਿਕੀ ਦੀ ਨਵੀਂ ਕਮਿਊਨਿਸਟ ਸਰਕਾਰ ਪਾਵਰ 'ਚ ਆਉਂਦੀ ਹੈ ਤੇ ਕਾਫੀ ਚੰਗਾ ਕੰਮ ਕੀਤਾ ਜਾਂਦਾ ਹੈ, ਜਿੱਦਾਂ ਕਿ ਖੇਤਾਂ ਨੂੰ ਮੁੜ ਕਿਸਾਨਾਂ 'ਚ ਵੰਡਣਾ, ਦੇਸ਼ ਦਾ ਪਹਿਲਾ TV ਚੈਨਲ ਲਾਂਚ ਕਰਨਾ, ਵਿਆਹ ਲਈ ਕੁੜੀਆਂ ਖਰੀਦਣ ਦਾ ਚੱਲਣ ਬੰਦ ਕਰਵਾਉਣਾ ਤੇ ਕੁੜੀਆਂ ਲਈ ਹੋਰ ਕਈ ਨਵੇਂ ਸਕੂਲ ਬਣਾਉਣਾ। ਲੇਕਿਨ ਕੱਟਰ ਇਸਲਾਮਿਸਟ ਇਹਨਾਂ ਤੋਂ ਫਿਰ ਚਿੜਨ ਲੱਗ ਗਏ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਫਗਾਨਿਸਤਾਨ 'ਚ 2 ਪਾਰਟੀਆਂ ਸਨ, ਇੱਕ ਇਸਲਾਮਿਸਟ, ਦੂਜੀ ਕਮਿਊਨਿਸਟ ਦੀ PDPA। PDPA ਤਾਂ ਪਹਿਲਾਂ ਹੀ 2 ਹਿੱਸਿਆਂ 'ਚ ਟੁੱਟ ਚੁੱਕੀ ਸੀ, ਪਰ ਕੱਟਰ ਇਸਲਾਮਿਸਟ ਨੇ ਸਿਵਲ ਵਾਰ ਚਾਲੂ ਕਰਤੀ ਤੇ ਇਸ ਸਿਵਲ ਵਾਰ ਦੇ ਵਿੱਚ ਟਾਰਗੇਟ ਕੀਤੇ ਗਏ ਕਮਿਊਨਿਸਟ ਦੇ ਲੀਡਰ ਤੇ ਮੁਹੰਮਦ ਤਾਰਿਕ ਦੀ ਵੀ ਹੱਤਿਆ ਕਰ ਦਿੱਤੀ ਗਈ। 1979 'ਚ ਹੁਣ ਇਹਨਾਂ ਖਰਾਬ ਹਾਲਾਤਾਂ ਤੋਂ ਬਾਅਦ ਸੋਵੀਅਤ ਯੂਨੀਅਨ ਆਪਦਾ ਕੰਟਰੋਲ ਜਮਾਉਣ ਲਈ ਉੱਥੋਂ ਦੀ ਇਸਲਾਮਿਸਟ ਕੱਟਰ ਆਰਗੇਨਾਈਜੇਸ਼ਨ ਮੁਜਾਹਿਦੀਨ ਦੇ ਖਿਲਾਫ ਜੰਗ ਛੇੜ ਦਿੰਦਾ ਹੈ। ਦੂਸਰੀ ਤਰਫ ਸੋਵੀਅਤ ਯੂਨੀਅਨ ਦੀ ਬੜ੍ਹਤ ਵੇਖ ਕੇ ਅਮਰੀਕਾ ਦਾ ਵੀ ਜੀ ਮਚਲਣ ਲੱਗ ਪੈਂਦਾ ਹੈ ਤੇ ਉਹਨੂੰ ਇਹ ਡਰ ਹੋ ਜਾਂਦਾ ਹੈ
ਕਿਤੇ ਸੋਵੀਅਤ ਯੂਨੀਅਨ ਯਾਨੀ USSR ਦੇ ਅੰਡਰ ਕੋਈ ਹੋਰ ਨਵਾਂ ਦੇਸ਼ ਨਾ ਆ ਜਾਏ। ਅਫਗਾਨਿਸਤਾਨ 'ਚ ਆਪਦੀ ਪੈੜ ਜਮਾਉਣ ਲਈ ਉਹ ਸਪੋਰਟ ਕਰਦਾ ਹੈ ਇਸਲਾਮਿਸਟ ਕੱਟਰ ਆਰਗੇਨਾਈਜੇਸ਼ਨ ਮੁਜਾਹਿਦੀਨ ਨੂੰ। ਅਤੇ ਦੋਸਤੋ ਇੱਥੋਂ ਹੀ ਨੀਂਹ ਰੱਖੀ ਜਾਂਦੀ ਹੈ ਤਾਲਿਬਾਨ ਦੀ। ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਆ ਤਾਂ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ। ਅਸੀਂ ਜਲਦੀ ਲੈ ਕੇ ਆਵਾਂਗੇ ਤੁਹਾਡੇ ਲਈ ਭਾਗ 2, ਜਿਸ 'ਚ ਆਪਾਂ ਗੱਲ ਕਰਾਂਗੇ 1979 ਤੋਂ ਲੈ ਕੇ ਅੱਜ ਤੱਕ ਦੇ ਹਾਲਾਤਾਂ ਦੀ, ਅਤੇ ਇਸ ਦੇ ਵਿੱਚ ਅਮਰੀਕਾ ਦਾ ਕੀ ਰੋਲ ਸੀ।